ਲੈ ਕੇ ਹਾਜ਼ਰ ਆ ਪ੍ਰੋਗਰਾਮ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦਾ ਅਣਗੌਲਿਆ ਸਿੱਖ ਇਤਿਹਾਸ ਭਗਤੀ ਚਾਹ। ਇਸ ਕੜੀ ਨਾਲ ਜੁੜਨ ਲਈ ਸਾਡੇ ਚੈਨਲ ਤੇ ਜਰੂਰ ਜਾਓ ਤੇ ਦੇਖੋ ਇਸ ਕੜੀ ਦਾ ਪਹਿਲਾ ਤੇ ਦੂਜਾ ਭਾਗ। ਇਹ ਤਾਂ ਹੋ ਗਈ ਗੁਰੂ ਹਰਰਾਏ ਜੀ ਦੀ ਗੱਲ, ਤੇ ਜੇਕਰ ਗੁਰੂ ਹਰਕ੍ਰਿਸ਼ਨ ਜੀ ਦੀ ਕੀਤੀ ਜਾਵੇ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਗੁਰੂ ਹਰਰਾਏ ਸਾਹਿਬ ਦੇ ਪੁੱਤਰ ਸਨ ਜੀ। ਤੇ ਵੱਡੇ ਪੁੱਤਰ ਦਾ ਨਾਮ ਬਾਬਾ ਰਾਮ ਰਾਏ ਸੀ। ਕਿਉਂਕਿ ਗੁਰੂ ਸਾਹਿਬਾਨ ਜਦੋਂ ਗੁਰਗੱਦੀ ਦੀ ਚੋਣ ਅੱਗੇ ਕਰਨੀ ਹੁੰਦੀ ਸੀ ਤੇ ਕਿਸੇ ਖੂਨ ਦੇ ਰਿਸ਼ਤੇ ਕਰਕੇ ਵਿਰਾਸਤੀ ਜਿਹੜੀ ਹੈ ਨਾ, ਉਹਨੂੰ ਵਿਰਾਸਤ ਦੇ ਤੌਰ ਤੇ ਨਹੀਂ ਦਿੱਤਾ ਜਾਂਦਾ ਸੀ, ਯੋਗਤਾ ਦੇ ਆਧਾਰ ਤੇ। ਤਖਤ ਬਹਿ ਤਖਤੇ ਕੀ ਲਾਇਕ, ਪੰਜ ਸਮਾਏ ਗੁਰਮਤਿ ਪਾਇਕ, ਜਾਂ ਤਖਤੇ ਉੱਪਰ ਸੋਵੇ ਜੇ ਤਖਤੇ ਲਾਇਕ ਹੋਈ। ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾ ਦਿੱਤੇ ਸੀ। ਸੋ ਕੁਦਰਤੀ ਗੱਲ ਸੀ, ਗੁਰੂ ਨਾਨਕ ਪਾਤਸ਼ਾਹ ਦਾ ਵਾਰਸ ਚੁਣਨਾ ਹੁੰਦਾ ਸੀ ਤੇ ਬੜੀ ਸਖਤ ਇਮਤਿਹਾਨ ਦੇ ਵਿੱਚੋਂ ਉਸ ਸ਼ਖਸੀਅਤ ਨੂੰ ਟੱਪਣਾ ਪੈਂਦਾ ਸੀ। ਜਿਵੇਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਚੁਣਨ ਵਾਸਤੇ ਕਿੰਨੀ ਮਿਹਨਤ ਕਰਨੀ ਪਈ ਔਰ ਕਿੰਨੇ ਔਖੇ ਟੈਸਟ ਦੇਣੇ। ਇੱਦਾਂ ਹੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਚੋਣ ਹੋਈ। ਤੇ ਇਸੇ ਢੰਗ ਦੇ ਨਾਲ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦੀ ਥਾਂ ਤੇ ਬਾਬਾ ਰਾਮ ਰਾਏ ਇੱਛਕ ਸੀ ਕਿ ਮੈਨੂੰ ਗੁਰਗੱਦੀ ਦਾ ਵਾਰਸ ਬਣਾਇਆ ਜਾਵੇ ਤੇ ਮੈਂ ਗੁਰੂ ਬਣਨਾ ਚਾਹੁੰਦਾ ਅਗਲਾ। ਪਰ ਸੱਚੇ ਪਾਤਸ਼ਾਹ ਇਮਤਿਹਾਨ ਲੈਂਦੇ ਹੁੰਦੇ ਸੀ। ਉਹ ਇੱਕ ਇਮਤਿਹਾਨ ਦੇ ਤੌਰ ਤੇ ਵੀ, ਦੂਜੇ ਪਾਸੇ ਬਾਦਸ਼ਾਹ ਔਰੰਗਜ਼ੇਬ ਨੇ ਇਹ ਮੰਗ ਵੀ ਕੀਤੀ ਸੀ ਵੀ ਸਪਸ਼ਟੀਕਰਨ ਦੇਣ ਵਾਸਤੇ, ਕਿਉਂਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤਾ ਗੁਰਬਾਣੀ ਦਾ ਸਿਧਾਂਤ ਸੀ। ਜਦੋਂ ਦਾਰਾ ਸ਼ਿਕੋ ਔਰੰਗਜ਼ੇਬ ਤੋਂ ਹਾਰ ਖਾ ਕੇ ਨੱਠਿਆ ਤੇ ਉਹ ਕੀਰਤਪੁਰ ਆਇਆ। ਕੀਰਤਪੁਰ ਤੋਂ ਪਤਾ ਲੱਗਾ ਸੱਤਵੇਂ ਪਾਤਸ਼ਾਹ ਗੋਇੰਦਵਾਲ ਸਾਹਿਬ ਵਿਖੇ ਨੇ। ਤੇ ਗੋਇੰਦਵਾਲ ਜਦੋਂ ਪਹੁੰਚਿਆ, ਪਿੱਛੇ ਔਰੰਗਜ਼ੇਬ ਦੀਆਂ ਫੌਜਾਂ ਨੇੜੇ ਆ ਗਈਆਂ ਸੀ ਤੇ ਉਹਨੇ ਬੇਨਤੀ ਕੀਤੀ, ਪਹਿਲਾਂ ਮੇਰੀ ਜਾਨ ਬਚਾਓ ਕਿਉਂਕਿ ਫੌਜਾਂ ਨੇੜੇ ਆ ਗਈਆਂ, ਮੇਰੇ ਕੋਲ ਇੰਨੀ ਤਾਕਤ ਨਹੀਂ ਹੈ। ਗੁਰੂ ਹਰਰਾਏ ਸਾਹਿਬ ਨੇ ਆਪਣੇ 1100 ਸਿਪਾਹੀ ਦਰਿਆਰ ਬਿਆਸ ਤੇ ਰਾਵੀ ਦੇ ਕੰਢਿਆਂ ਤੇ ਤਾਇਨਾਤ ਕਰਤੇ ਤੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਟੱਪਣ ਨਹੀਂ ਦਿੱਤਾ। ਅੰਤ ਲਾਹੌਰ ਤੋਂ ਉਹ ਮੁਲਤਾਨ ਪਹੁੰਚ ਕੇ ਉਹਦੇ ਨਾਲ ਦਗਾ ਕੀਤਾ, ਜਿਹਦੇ ਕੋਲ ਗਿਆ ਸੀ ਉਹਨੇ ਔਰੰਗਜ਼ੇਬ ਦੇ ਹਵਾਲੇ ਕਰਤਾ ਤੇ ਉਹ ਜਿਹੜਾ ਸੀ ਦਾਰਾ ਸ਼ਿਕੋ, ਉਹਨੂੰ ਕਤਲ ਕਰ ਦਿੱਤਾ ਗਿਆ। ਜਦੋਂ ਔਰੰਗਜ਼ੇਬ ਤਖਤ 'ਤੇ ਬੈਠਾ, ਉਹਨੂੰ ਸ਼ਿਕਾਇਤ ਪਹੁੰਚੀ ਕਿ ਗੁਰੂ ਹਰਰਾਏ ਸਾਹਿਬ ਨੇ ਵੀ ਉਹਦੀ ਮਦਦ ਕੀਤੀ ਸੀ। ਉਹਨੇ ਗੁਰੂ ਪਾਤਸ਼ਾਹ ਨੂੰ ਬੁਲਾਇਆ, ਪਰ ਗੁਰੂ ਪਾਤਸ਼ਾਹ ਨੇ ਨ ਮਲੇਸ਼ ਕੋ ਦਰਸ਼ਨ ਦੇ ਹੈ ਨ ਮਲੇਸ਼ ਕੋ ਦਰਸ਼ਨ ਲੈ ਹੈ, ਇਹ ਕਹਿ ਕੇ ਉਹਦਾ ਬਾਈਕਾਟ ਕਰ ਦਿੱਤਾ ਕਿ ਨਹੀਂ ਅਸੀਂ ਜਾਵਾਂਗੇ। ਦੁਬਾਰਾ ਉਹਨੇ ਫੇਰ ਹਿੰਮਤ ਕੀਤੀ। ਰਾਜਾ ਰਾਮ ਸਿੰਘ, ਮਿਰਜ਼ਾ ਜੈ ਸਿੰਘ, ਇਹ ਖਾਨਦਾਨ ਔਰੰਗਜ਼ੇਬ ਦੇ ਨੇੜੇ ਸੀ ਦਿੱਲੀ ਦੇ ਵਿੱਚ। ਉਹਨੇ ਬੇਨਤੀ ਕੀਤੀ, ਗੁਰੂ ਨਾਨਕ ਦੀ ਜੋਤ ਹੈ, ਪੰਗਾ ਨਾ ਲਿਓ ਨਹੀਂ ਤਾਂ ਪਛਤਾਣਾ ਪਵੇਗਾ। ਫਿਰ ਉਹਨੇ ਨਿਮਰਤਾ ਨਾਲ ਸ਼ਿਵਦਿਆਲ ਆਪਣੇ ਅਧਿਕਾਰੀ ਤੇ ਹੱਥ ਚਿੱਠੀ, ਉਹਦੇ ਨਾਲ 25 ਸਵਾਰ ਵੀ ਆਏ, ਚੰਗੇ ਸਿਆਣੇ ਬੰਦੇ, ਬੇਨਤੀ ਕੀਤੀ ਤੇ ਗੁਰੂ ਹਰਰਾਏ ਸਾਹਿਬ ਨੇ ਸੰਗਤ ਨੂੰ ਸੱਦਿਆ। ਪਹਿਲਾਂ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਵੀ ਅਸੀਂ ਨਹੀਂ ਚਾਹੁੰਦੇ, ਪਰ ਸੰਗਤ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਈ ਆਪਾਂ ਜਿਹੜਾ ਹੈ ਇੱਕ ਵਾਰੀ ਜੋ ਤੁਸੀਂ ਸੋਚਦੇ, ਸਾਡੀ ਬੇਨਤੀ ਇਹ ਹੈ ਵੀ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ। ਅੰਤ ਬਾਬਾ ਰਾਮ ਰਾਏ 11 ਸਾਲ ਦੀ ਉਮਰ ਸੀ, ਉਹਨੂੰ ਦਿੱਲੀ ਭੇਜਿਆ। ਉਹਨੇ ਅੱਗੇ 72 ਕਰਾਮਾਤਾਂ ਦੱਸੀਆਂ। ਔਰੰਗਜ਼ੇਬ ਪ੍ਰਭਾਵਿਤ ਹੋਇਆ, ਪਰ ਸਭ ਤੋਂ ਵੱਡੀ ਜਿਹੜੀ ਕਰਾਮਾਤ ਸੀ ਉੱਥੇ ਉਹ ਫੇਲ ਹੋ ਗਿਆ। ਉਹਨੂੰ ਕਿਸੇ ਮੁੱਲਾ ਮਲਾਣੇ ਨੇ ਚੱਕਿਆ ਜਾਂ ਉਹ ਸੁਲਤਾਨਪੁਰ ਲੋਧੀ ਵਿਖੇ ਪੜ੍ਹਦਾ ਰਿਹਾ। ਉਹਨੂੰ ਬੜੀ ਬਾਣੀ ਦੀ ਯਾਦ ਸੀ। ਉਹਨੇ ਪੁੱਛ ਲਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਮੁਸਲਮਾਨ ਦੇ ਨਾਲ ਕਿਉਂ ਮਜ਼ਾਕ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਉਹ ਖੁਸ਼ਾਮਦ ਕਰਕੇ ਡੋਲ ਗਿਆ, ਕਹਿਣ ਲੱਗਾ ਜੀ ਇਹ ਲਿਖਾਰੀ ਦੀ ਗਲਤੀ ਹੋ ਗਈ। ਗੁਰੂ ਪਾਤਸ਼ਾਹ ਨੇ ਕਿਹਾ ਜਿਹੜਾ ਸਿਧਾਂਤ ਇਹ ਬਦਲ ਗਿਆ, ਬਾਬੇ ਨਾਨਕ ਨੂੰ ਕਹਿ ਗਿਆ ਵੀ ਗਲਤੀ ਹੋ ਗਈ। ਉਹ ਕਦਮ ਹੀ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਉਹਦਾ ਛੇਕ ਦਿੱਤਾ ਗਿਆ। ਅੰਤ ਗੁਰੂ ਹਰਰਾਏ ਸਾਹਿਬ ਦੇ ਛੋਟੇ ਭਰਾ ਬਾਬਾ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੱਦੀ 'ਤੇ ਬੈਠੇ। ਉਹਨਾਂ ਨੂੰ ਬਹੁਤ ਘੱਟ ਟਾਈਮ ਮਿਲਿਆ, ਪਰ ਜੋਤਿ ਜੁਗਤ ਸਾਜ ਦੇ ਮੁਤਾਬਕ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਕਿ ਕਿੰਨੇ ਹੀ ਇਮਤਿਹਾਨ ਗੁਰੂ ਬੱਚਾ ਜਾਣ ਕੇ ਲੋਕਾਂ ਨੇ ਲਏ ਤੇ ਗੁਰੂ ਪਾਤਸ਼ਾਹ ਉਹਦੇ 'ਚੋਂ ਸੰਪੂਰਨ ਨਿਕਲੇ। ਪਰ ਉਹਨਾਂ ਦੇ ਵੇਲੇ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਜਿਉਂਦੀਆਂ ਤਿਉਂ ਰਹੀਆਂ। ਜਿਵੇਂ ਬਾਕੀ ਗੁਰੂ ਸਾਹਿਬਾਨ ਸਮੇਂ-ਸਮੇਂ 'ਤੇ ਧਰਮ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ 'ਚ ਜਾਂਦੇ ਸੀ। ਅੰਤ ਰਾਮ ਰਾਏ ਚੁੱਕਰ ਦਿੰਦਾ ਰਿਹਾ, ਉਧਰ ਧੀਰਮਲ ਵੀ ਉਹਦੇ ਨਾਲ ਰਲ ਗਿਆ, ਗੁਰੂ ਹਰਰਾਏ ਸਾਹਿਬ ਦਾ ਵੱਡਾ ਭਰਾ। ਤੇ ਔਰੰਗਜ਼ੇਬ ਨੇ ਫਿਰ 8ਵੇਂ ਪਾਤਸ਼ਾਹ ਨੂੰ ਵੀ ਸੱਦ ਲਿਆ ਤੇ ਗੁਰੂ ਪਾਤਸ਼ਾਹ ਨੇ ਪਹਿਲਾਂ ਮਨਾ ਕੀਤਾ, ਫਿਰ ਪੰਥ ਦੀ ਸਲਾਹ ਲਈ ਸੰਗਤ ਦੀ, ਕਿਉਂਕਿ ਪਹਿਲੇ ਜਾਮੇ 'ਤੇ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਨੂੰ ਮਾਨਤਾ ਦਿੱਤੀ ਰਹੀ, ਜਿਹੜੀ ਬਾਅਦ 'ਚ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਰੂਪ ਵਿੱਚ ਅੱਜ ਗੁਰਗੱਦੀ ਦਾ ਵਾਰਸ ਬਣਾ ਦਿੱਤਾ ਇਸ ਸਮੁੱਚੇ ਪੰਥ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ। ਸੋ 8ਵੇਂ ਪਾਤਸ਼ਾਹ ਸੰਗਤ ਨਾਲ ਸਲਾਹ ਕਰਕੇ ਫਿਰ ਦਿੱਲੀ ਵੱਲ ਚਾਲੇ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ,
ਪਰ ਜਿੱਥੇ ਜਿੱਥੇ ਵੀ ਗਏ ਸੰਗਤਾਂ ਸਮੇਤ ਧਰਮ ਪ੍ਰਚਾਰ ਕਰਦੇ ਗਏ। ਪੰਜੋਖੜੇ ਦੀ ਧਰਤੀ ਤੇ ਫਿਰ ਪੰਡਿਤ ਕ੍ਰਿਸ਼ਨ ਲਾਲ ਦੀ ਸਾਖੀ ਆਉਂਦੀ ਹੈ ਕਿ ਫਿਰ ਇਮਤਿਹਾਨ ਲਿਆ ਗਿਆ ਤੇ ਉੱਥੇ ਛੱਜੂ ਝੀਰ ਦੇ ਕੋਲੋਂ ਅਰਥ ਕਰਵਾ ਕੇ, ਇਹਦਾ ਮਤਲਬ ਇੰਨਾ ਵਧੀਆ ਸਿਸਟਮ ਗੁਰੂ ਦਰਬਾਰ ਦੇ ਵਿੱਚ ਹੁੰਦਾ ਸੀ ਕਿ ਅਨਪੜ੍ਹਾਂ ਦੇ ਲਈ ਸਕੂਲ ਵੀ ਉਸ ਵੇਲੇ ਕਾਇਮ ਕੀਤੇ ਗਏ ਸੀ। ਸਿੱਖ ਸੰਸਾਰ ਦਾ ਸਭ ਤੋਂ ਪਹਿਲਾ ਸਕੂਲ ਗੁਰੂ ਅੰਗਦ ਦੇਵ ਜੀ ਨੇ ਬਣਾਇਆ ਸੀ। ਫਿਰ ਹਰ ਗੁਰੂ ਸਾਹਿਬਾਨ ਦੇ ਸਮੇਂ ਜਿੱਥੇ ਜਿੱਥੇ ਵੀ ਸੈਂਟਰ ਬਣਦਾ, ਜਿੱਥੇ ਹਸਪਤਾਲ ਵਧੀਆ ਚੱਲਦੇ ਸੀ, ਧਰਮ ਪ੍ਰਚਾਰ ਸੈਂਟਰ ਵਧੀਆ ਚੱਲਦੇ ਸੀ, ਗਰੀਬਾਂ ਦੀ ਭਲਾਈ ਲਈ ਕਿਰਤ ਕਰਨ ਦੇ ਸਾਧਨ ਅਤੇ ਕਿਰਤ ਵਿੱਚ ਟ੍ਰੇਨਿੰਗ ਦੇਣ ਲਈ ਸਾਰੇ ਕੁਛ ਦਸਤਕਾਰੀ ਦੇ ਕੰਮ ਨਾਲ ਚੱਲਦੇ ਸੀ। ਉੱਥੇ ਵਿਦਵਤਾ ਲਈ ਦੁਨਿਆਵੀ ਵਿੱਦਿਆ ਵੀ ਨਾਲ ਨਾਲ ਚੱਲ, ਵੱਡੇ ਵੱਡੇ ਵਿਦਵਾਨ ਪੜ੍ਹਾਉਂਦੇ ਹੁੰਦੇ ਸੀ। ਸੋ ਛੱਜੂ ਝੀਰ ਤੋਂ ਪਤਾ ਲੱਗਦਾ ਹੈ ਕਿ ਇੱਕ ਪੰਡਿਤ ਨੂੰ ਭਾਜੜਾਂ ਪਾ ਦੇਣੀਆਂ ਅਤੇ ਉਹਨੂੰ ਸਿੱਖ ਬਣਾ ਕੇ ਲਿਆਉਣਾ, ਇਹ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਉਹ ਬਖਸ਼ਿਸ਼ ਸੀ। ਅਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦਿੱਲੀ ਪਹੁੰਚੇ ਨੇ ਤਾਂ ਦਿੱਲੀ ਚੇਚਕ ਦੀ ਬਿਮਾਰੀ, ਰਾਜਾ ਮਿਰਜ਼ਾ ਜੈ ਸਿੰਘ ਦੇ ਬੰਗਲੇ ਵਿੱਚ ਉਹਨਾਂ ਨੇ ਟਿਕਾਣਾ ਕੀਤਾ ਸੀ। ਪਰ ਕਿਉਂਕਿ ਚੇਚਕ ਦੀ ਬਿਮਾਰੀ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਦਰਅਸਲ ਚੇਚਕ ਦੇ ਰੋਗੀਆਂ ਦੇ ਭਲੇ ਵਾਸਤੇ ਹੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਗਏ ਸੀ। ਔਰ ਬਹੁਤ ਉਹਨਾਂ ਨੇ ਆਪਣੀ ਤਨਦੇਹੀ ਦੇ ਨਾਲ ਸਿੱਖ ਸੰਗਤਾਂ ਨੂੰ ਸੱਦਿਆ, ਆਪਣਾ ਦਸਵੰਧ ਲਿਆਓ ਅਤੇ ਸਾਰੇ ਇੱਥੇ ਹਸਪਤਾਲ ਖੋਲ੍ਹ ਦਿਓ, ਲੋੜਵੰਦਾਂ ਦੀ ਸਹਾਇਤਾ ਕਰੋ। ਅੰਤ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੇਵਾ ਕਰਦਿਆਂ ਕਰਦਿਆਂ ਬਚਪਨ ਦੇ ਵਿੱਚ ਸਰੀਰਕ ਤੌਰ 'ਤੇ ਆਪ ਵੀ ਭਾਵੇਂ ਰੋਗੀ ਹੋ ਗਏ, ਪਰ ਸਾਰੀ ਦਿੱਲੀ ਦਾ ਰੋਗ ਆਪਣੇ ਸਿਰ 'ਤੇ ਲੈ ਕੇ 30 ਅਗਸਤ ਸੰਨ 1664 ਈਸਵੀ ਨੂੰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਉਹਨਾਂ ਨੇ ਵੀ 2.5 ਸਾਲ ਦੇ ਵਿੱਚ ਜੋ ਅਹਿਮ ਕਾਰਨਾਮੇ, ਅਹਿਮ ਸਿੱਖਿਆ, ਜੋ ਇਨਕਲਾਬੀ ਕਦਮ ਚੁੱਕੇ, ਉਹ ਸਾਰੇ ਦੇ ਸਾਰੇ ਇਤਿਹਾਸ ਵਿੱਚ ਸਾਂਭੇ ਪਏ ਨੇ। ਸੋ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਸਮਾਂ ਵੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਵਾਲਾ ਬੀਤਿਆ। ਉਹਨਾਂ ਦੇ ਵੇਲੇ ਵੀ ਇੱਥੇ ਸਿੱਖੀ ਦਾ ਬਹੁਤ ਬੋਲਬਾਲਾ ਔਰ ਦਿੱਲੀ ਤੱਕ ਧਰਮ ਪ੍ਰਚਾਰ ਦੇ ਸੈਂਟਰ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਕਾਇਮ ਕੀਤੇ ਸੀ। ਅਤੇ ਜੇਕਰ ਗੱਲ 9ਵੇਂ ਪਾਤਸ਼ਾਹ ਦੀ ਕੀਤੀ ਜਾਵੇ, ਕਿਉਂਕਿ ਕੀਰਤਪੁਰ ਸਾਹਿਬ ਤਾਂ ਚਲੋ ਵਸਿਆ ਹੋਇਆ ਸੀ, ਉਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਆਉਂਦੇ ਨੇ। ਕਿਸ ਉਦੇਸ਼ ਨਾਲ ਆਉਂਦੇ ਨੇ ਅਤੇ ਕਿੰਨਾ ਕੁ ਜਿਹੜਾ ਧਰਮ ਦਾ ਵਿਸਥਾਰ ਜਿਹੜਾ ਕੀਤਾ ਗਿਆ ਉਹਨਾਂ ਵੱਲੋਂ? ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੇ ਗੁਰੂ ਸੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੰਨੇ ਪ੍ਰਚਾਰਕ ਦੌਰੇ ਕੀਤੇ ਨਾ, ਅਤੇ ਦੂਜੇ ਨੰਬਰ 'ਤੇ ਗੁਰੂ ਤੇਗ ਬਹਾਦਰ ਜੀ ਦਾ ਨਾਂ ਹੈ। ਭਾਵੇਂ 6ਵੇਂ ਪਾਤਸ਼ਾਹ ਵੀ ਜੰਮੂ ਕਸ਼ਮੀਰ, ਨਨਕਾਣਾ ਸਾਹਿਬ, ਗੁਜਰਾਤ ਵੱਲ ਹੁੰਦੇ ਹੋਏ, ਸੱਚੇ ਪਾਤਸ਼ਾਹ ਨੇ ਵੀ ਬਹੁਤ ਲੰਬਾ ਪ੍ਰਚਾਰਕ ਦੌਰਾ ਕੀਤਾ। ਤੀਜੇ ਪਾਤਸ਼ਾਹ ਨੇ ਹਰਿਦੁਆਰ, ਕੁਰੂਕਸ਼ੇਤਰ, ਇਹਨਾਂ ਸਾਰੇ ਹਿੰਦੂ ਤੀਰਥਾਂ 'ਤੇ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਲਈ ਤੀਰਥ ਉਦਮ ਸਤਿਗੁਰ ਕੀ ਹੈ ਸਭ ਲੋਕ ਉਧਰਨ ਅਰਥਾ ਗੁਰੂ ਰਾਮਦਾਸ ਜੀ ਨੇ ਪਾਵਨ ਬਚਨ ਲਏ, ਲੋਕਾਂ ਦੇ ਉਧਾਰ ਲਈ ਗਏ, ਉਹਨਾਂ ਨੂੰ ਸਿੱਖ ਬਣਾਇਆ। ਅਤੇ 6ਵੇਂ ਪਾਤਸ਼ਾਹ ਨੇ ਵੀ ਲੰਬੇ ਪ੍ਰਚਾਰਕ ਦੌਰੇ ਕੀਤੇ। ਪਰ ਜੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸਭ ਤੋਂ ਲੰਬੇ ਪ੍ਰਚਾਰਕ ਦੌਰੇ ਅਸਾਮ, ਬਿਹਾਰ, ਬੰਗਾਲ, ਢਾਕੇ ਤੱਕ ਕੀਤੇ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 2 ਪ੍ਰਚਾਰਕ ਦੌਰੇ ਨੇ ਜਿਹੜੇ ਦੂਰ ਪੰਜਾਬ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ। ਅਤੇ ਗੁਰੂ ਤੇਗ ਬਹਾਦਰ ਜੀ ਜੀਂਦ ਵਿਖੇ ਸੀ ਜਦੋਂ ਉਹਨਾਂ ਨੂੰ ਇੱਕ ਦੁਖਦਾਈ ਖਬਰ ਮਿਲੀ, ਕਿਉਂਕਿ ਸਮੇਂ ਸਮੇਂ 'ਤੇ ਇੱਥੇ ਆਉਂਦੇ ਰਹਿੰਦੇ ਸੀ। ਰਾਜਾ ਕਲਿਆਣ ਚੰਦ ਦਾ ਮੁੰਡਾ ਦੀਪ ਚੰਦ, ਉਹਦੀ ਰਾਣੀ ਚੰਪਾ ਰਾਣੀ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ, ਔਰ ਸਾਰਾ ਪਰਿਵਾਰ ਸ਼ਰਧਾਲੂ ਸੀ। ਪਰ ਅਚਨਚੇਤ ਦੀਪ ਚੰਦ ਦਾ ਦੇਹਾਂਤ ਹੋ ਗਿਆ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ 6 ਮਈ ਸੰਨ 1665 ਈਸਵੀ ਨੂੰ ਉਹ ਜੀਂਦ ਵਿੱਚ ਸੀ। ਜਦੋਂ ਗੁਰੂ ਪਾਤਸ਼ਾਹ ਨੂੰ ਇਹ ਸੁਨੇਹਾ ਮਿਲਿਆ ਕਿ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ, ਚੰਪਾ ਰਾਣੀ ਨੇ ਕਿਹਾ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਆਓ ਅਤੇ ਮੇਰੇ ਮਨ ਨੂੰ ਧਰਾਸ ਦਿਓ, ਮੇਰੇ ਪਰਿਵਾਰ ਨੂੰ ਧਰਾਸ ਦਿਓ। ਸੋ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਜੀਂਦ ਤੋਂ ਵਾਪਸ ਚੱਲ ਪਏ। ਔਰ 13 ਮਈ ਨੂੰ ਸੱਚੇ ਪਾਤਸ਼ਾਹ 6 ਮਈ ਨੂੰ ਇੱਥੇ ਆ ਗਏ ਸੀ ਕੀਰਤਪੁਰ ਸਾਹਿਬ, ਔਰ ਇੱਕ ਹਫ਼ਤੇ ਬਾਅਦ 13 ਮਈ ਨੂੰ ਸੱਚੇ ਪਾਤਸ਼ਾਹ ਬਿਲਾਸਪੁਰ ਗਏ ਨੇ। ਉਦੋਂ ਉਹਦੀ ਰਾਜਾ ਦੀਪ ਚੰਦ ਦੀ ਅੰਤਮ ਅਰਦਾਸ ਸੀ। ਸੱਚੇ ਪਾਤਸ਼ਾਹ ਨੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ, ਸਮੁੱਚੇ ਪਰਿਵਾਰ ਨੂੰ ਧਰਾਸ ਬਣਵਾਇਆ, ਔਰ ਕੁਛ ਦਿਨ ਸੱਚੇ ਪਾਤਸ਼ਾਹ ਨੇ ਇਸ ਇਲਾਕੇ 'ਚ ਪ੍ਰਚਾਰ ਕੀਤਾ। ਪਰ ਜਦੋਂ ਵਾਪਸ ਜਾਣ ਲੱਗੇ, ਰਾਣੀ ਨੂੰ ਇਸ ਗੱਲ ਦੀ ਸੂਹ ਮਿਲ ਗਈ ਕਿ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਦਾ ਅਗਲਾ ਸੈਂਟਰ ਜਿਹੜਾ ਹੈ ਉਹ ਬਣਾਉਣਾ ਚਾਹੁੰਦੇ ਨੇ। ਪਰ ਅੱਜ ਕੱਲ੍ਹ ਗੱਲਬਾਤ ਹੋ ਚੁੱਕੀ ਹੈ ਵੀ ਧਮਧਾਨ ਸਾਹਿਬ ਜੀਂਦ ਜ਼ਿਲ੍ਹੇ ਦੇ ਵਿੱਚ ਵੀ ਭਾਈ ਦੱਗੋ ਨਾਂ ਦਾ ਸਿੱਖ ਹੈ ਜਿਹਨੇ ਪੇਸ਼ਕਸ਼ ਕੀਤੀ ਹੈ ਕਿ ਉਹ ਸੈਂਟਰ ਇੱਥੇ ਬਣਾਉਣ, ਔਰ ਉੱਥੇ ਉਹਨੇ ਬਹੁਤ ਸਾਰੀ ਜਗ੍ਹਾ ਦੇਣ ਦੀ ਵੀ ਪੇਸ਼ਕਸ਼ ਕਰ ਦਿੱਤੀ। ਪਰ ਰਾਣੀ ਨੂੰ ਇਹ ਚਿੰਤਾ ਪੈ ਗਈ ਜੇ ਧਰਮ ਪ੍ਰਚਾਰ ਦਾ ਅਗਲਾ ਸੈਂਟਰ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਤੋਂ ਬਦਲ ਗਿਆ ਤਾਂ ਸਾਡੇ ਇਲਾਕੇ ਦੀ ਰੌਣਕ ਵੀ ਘੱਟ ਜਾਏਗੀ ਅਤੇ ਮੁਗਲ ਹਕੂਮਤ ਦਾ ਡਰ ਵੀ ਜਿਹੜਾ ਉਹ ਸਤਾਏਗਾ।
ਉਹਨੇ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਮਾਤਾ ਗੁਜਰੀ ਜੀ ਔਰ ਨਾਲ ਬਾਬਾ ਗੁਰਦਿੱਤਾ ਜੀ ਦੀ ਪਤਨੀ ਬਾਬਾ ਸੂਰਜ ਮਲ ਜੀ ਦੀ ਧਰਮ ਪਤਨੀ, ਉਹਨਾਂ ਦੇ ਪੁੱਤਰ ਗਏ ਹੋਏ ਸੀ, ਸਾਰਾ ਟੱਬਰ ਗੁਰੂ ਤੇਗ ਬਹਾਦਰ, ਤੇ ਉਹਨਾਂ ਨੂੰ ਬੇਨਤੀ ਕਰਕੇ ਕਿਹਾ ਵੀ ਤੁਸੀਂ ਅਗਲਾ ਜਿਹੜਾ ਸੈਂਟਰ ਹੈ ਅਸੀਂ ਆਹ ਜ਼ਮੀਨ ਦਿੰਦੇ ਆ, ਇਹ ਪਿੰਡ ਮਾਖੋਵਾਲ, ਮਾਖੋ ਦੈਂਤ, ਦੈਂਤ ਦਾ ਮਤਲਬ ਜਿਹੜਾ ਘਟੀਆ ਇਨਸਾਨ, ਕਿਉਂਕਿ ਉਹਦੇ ਕੋਈ ਸਿੰਘ ਨਹੀਂ ਸੀ। ਜਿੱਦਾਂ ਅੱਜ ਵੀ ਬਹੁਤ ਸਾਰੇ ਐਸੇ ਪਾਪੀ ਮਿਲਦੇ, ਹੁਣ ਉਹ ਯੂਪੀ ਦੇ ਵਿੱਚ ਕਿਆ ਕੁਛ ਵਾਪਰਿਆ, ਉਹ ਕਿਹੜਾ ਰਾਖਸ਼ਾਂ ਨਾਲੋਂ ਘੱਟ ਹੈ ਜੇ ਥਾਂ ਥਾਂ 'ਤੇ ਬਲਾਤਕਾਰ ਹੋਣ। ਸੋ ਇੱਦਾਂ ਦਾ ਮਾੜੀ ਖਸਲਤ ਵਾਲਾ ਬੰਦਾ ਇੱਥੇ ਰਹਿੰਦਾ ਸੀ, ਤੇ ਉਹਨੇ ਬੇਨਤੀ ਕੀਤੀ ਵੀ ਆਹ ਮਾਖੋਵਾਲ ਦੀ ਜਗ੍ਹਾ ਮੈਂ ਤੁਹਾਨੂੰ ਦਿੰਦੀ। ਸੱਚੇ ਪਾਤਸ਼ਾਹ ਨੇ ਕਿਹਾ ਅਸੀਂ ਮੁਕਤ ਨਹੀਂ ਲੈਣੀ, ਤ੍ਰੈਕਾਲਦਰਸ਼ੀ ਗੁਰੂ ਤੇਗ ਬਹਾਦਰ ਜੀ ਜਾਣੀ ਜਾਣ ਸਨ, ਤੇ ਇਹ ਜਗ੍ਹਾ ਖਰੀਦ ਕੇ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ। ਇਹ ਵੀ 4-5 ਪਿੰਡਾਂ ਦੀ ਜਗ੍ਹਾ, ਇਹ 'ਚ ਅਗੰਮਪੁਰ ਦੀ ਜਗ੍ਹਾ ਵੀ ਆਉਂਦੀ ਹੈ, ਲੋਧੀਪੁਰ ਦੀ ਜਗ੍ਹਾ ਵੀ ਆਉਂਦੀ ਹੈ। ਅੱਜ ਜਿੱਥੇ ਅਸੀਂ ਬੈਠੇ ਹੋਏ ਹਾਂ ਸਿੱਖ ਮਿਸ਼ਨਰੀ ਕਾਲਜ, ਇਹ ਚੱਕ ਦੀ ਜਗ੍ਹਾ ਵਿੱਚ ਹੈ, ਤੇ ਸੋਹਟਾ ਨਾਲੇ ਦੇ ਪਰਲੇ ਪਾਸੇ ਚੱਕ ਦੇ ਆ ਜਿਹੜੀ ਬਾ ਕਲੋਨੀ ਹੈ, ਜੱਸਲ ਕਲੋਨੀ, ਇਹ ਚੱਕ ਦੇ ਵਿੱਚ ਆ ਜਾਂਦੀ, ਜੋ ਕਿ ਚੱਕ ਹੋਲਗੜ੍ਹ ਤੱਕ ਚੱਲ ਜਾਂਦਾ ਹੈ, ਤੇ ਆਹ ਪਾਸਾ ਜਿਹੜਾ ਅਸੀਂ ਸਹੋਟੇ ਪਿੰਡ ਵਿੱਚ। ਸੋ ਇਹਨਾਂ 5 ਪਿੰਡਾਂ ਦੀ ਜਗ੍ਹਾ ਲੈ ਕੇ ਗੁਰੂ ਪਾਤਸ਼ਾਹ ਨੇ ਇਸ ਧਰਤੀ ਦਾ ਨਾਂ 19 ਜੂਨ 1665 ਨੂੰ ਨੀਂਹ ਰੱਖੀ। ਗੁਰਦੁਆਰਾ ਭੋਰਾ ਸਾਹਿਬ ਵਿਖੇ ਮੋੜੀ ਗੱਡੀ ਗਈ, ਗੁਰੂ ਕੇ ਮਹਿਲ ਜਿੱਥੇ ਬਣੇ, ਤੇ ਇਸ ਅਸਥਾਨ ਦਾ ਨਾਂ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ 'ਤੇ ਚੱਕ ਮਾਤਾ ਨਾਨਕੀ ਜੀ ਲਿਖਿਆ ਸੀ। ਤੇ ਪੁਰਾਤਨ ਕਾਗਜ਼ਾਂ ਦੇ ਵਿੱਚ ਪ੍ਰਿੰਸੀਪਲ ਸੁਖਵੀਰ ਸਿੰਘ ਲਿਖਦੇ ਆ ਵੀ 1883 ਤੱਕ ਹੁਸ਼ਿਆਰਪੁਰ ਦਾ ਜਿਹੜਾ ਗਜ਼ਟ ਹੈ ਉਹਦੇ ਵਿੱਚ ਚੱਕ ਨਾਨਕੀ ਉਹ ਹੀ ਲਿਖਿਆ ਹੋਇਆ ਹੈ। ਵੈਸੇ ਸਾਖੀ ਜਿਹੜੀ ਅੱਗੇ ਜਦੋਂ ਅਸੀਂ ਨਾਮ ਬਦਲਣ ਦੀ ਸਮਝਦੇ ਹਾਂ, ਤੇ ਅਨੰਦਪੁਰ ਸਾਹਿਬ ਦੀ ਨੀਂਹ ਤਾਂ 19 ਜੂਨ 1665 ਨੂੰ ਰੱਖ ਦਿੱਤੀ ਗੁਰੂ ਤੇਗ ਬਹਾਦਰ ਜੀ ਮਹਾਰਾਜ। 1671 ਦੇ ਵਿੱਚ ਆ ਗਏ ਇੱਥੇ, ਤੇ 1675 ਵਿੱਚ ਉੱਥੋਂ ਜਾਣਾ ਪਿਆ, ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਵਸਾਈ ਧਰਤੀ ਜਿਹੜੀ ਹੈ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋਈ। ਤੇ ਜੇਕਰ ਗੱਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਕੀਤੀ ਜਾਵੇ, ਕਿਉਂਕਿ ਇੱਕ ਬਹੁਤ ਵੱਡੀ ਕੁਰਬਾਨੀ ਹੈ, ਉਹਦੇ ਬਾਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਨੇ ਹਿੰਦੁਸਤਾਨ ਦੀ ਪੱਤ ਬਚਾਤੀ। ਹਿੰਦੁਸਤਾਨ ਦੀ ਡੁੱਬਦੀ ਹੋਈ ਬੇੜੀ ਨੂੰ ਅਗਰ ਬੰਨੇ ਲਾਇਆ ਹੈ ਤਾਂ ਇਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਦੌਲਤ ਹੈ। ਕਿਉਂਕਿ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਪੰਡਿਤ ਕਿਰਪਾ ਰਾਮ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਚਪਨ ਵਿੱਚ ਇੱਥੇ ਸੰਸਕ੍ਰਿਤ ਪੜ੍ਹਾਉਂਦੇ ਰਹੇ, ਤੇ ਉਹ ਵਿੱਦਿਆ ਪੂਰੀ ਕਰਕੇ ਆਪਣੇ ਪਿੰਡ ਵਾਪਸ ਸ਼੍ਰੀਨਗਰ ਮਟਨ ਵਿਖੇ ਪਹੁੰਚੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਹਨਾਂ ਦੇ ਘਰ ਵਿੱਚ ਸਿੱਖੀ ਦਾ ਬੋਲਬਾਲਾ ਹੋ ਗਿਆ ਸੀ, ਔਰ ਉੱਥੋਂ ਦੇ ਧਰਮ ਪ੍ਰਚਾਰਕ ਇਹਨਾਂ ਦੇ ਜਿਹੜੇ ਦਾਦਾ ਪੜਦਾਦਾ ਸੀ, ਪੰਡਿਤ ਚਤੁਰਦਾਸ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਬ੍ਰਹਮਦਾਸ, ਪੰਡਿਤ ਬ੍ਰਹਮਦਾਸ, ਇਹ ਪੰਡਿਤ ਕਿਰਪਾ ਰਾਮ ਜੀ ਦੇ ਦਾਦੇ ਪੜਦਾਦੇ ਲੱਗਦੇ ਸੀ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਕੋਲੋਂ ਸਿੱਖੀ ਪ੍ਰਾਪਤ ਕੀਤੀ ਮਟਨ ਦੇ ਵਿੱਚ ਹੀ। ਤੇ ਇਹਨਾਂ ਦਾ ਗੁਰੂ ਘਰ ਨਾਲ ਪਹਿਲਾਂ ਹੀ ਸੰਬੰਧ ਬਣਿਆ ਹੋਇਆ ਸੀ। ਇੰਦਰਾ ਗਾਂਧੀ ਦੇ ਖਾਨਦਾਨ ਵਿੱਚੋਂ, ਇਹਨਾਂ ਦੇ ਸ਼ਰੀਕੇ ਵਿੱਚੋਂ ਹੀ ਪੰਡਿਤ ਪੂਰਨ ਚੰਦ ਜੀ, ਇਹਨਾਂ ਦੀ ਅਗਵਾਈ ਦੇ ਵਿੱਚ ਔਰੰਗਜ਼ੇਬ ਨੇ ਜਦੋਂ ਇਹ ਫੈਸਲਾ ਕਰ ਲਿਆ ਵੀ ਇੱਕ ਪਾਸੇ ਤੋਂ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰਦੀ ਹੈ, ਤੇ ਉਹ ਕਸ਼ਮੀਰ ਚੁਣਿਆ। ਕਸ਼ਮੀਰ ਦੇ ਵਿੱਚ ਬ੍ਰਾਹਮਣਾਂ 'ਤੇ ਬੜਾ ਜ਼ੁਲਮ ਹੋਇਆ। ਅੰਤ ਇਹਨਾਂ ਦੀ ਗੁਪਤ ਕਾਨਫਰੰਸ ਜਿਹੜੀ ਅਮਰਨਾਥ ਦੇ ਮੰਦਿਰ ਵਿੱਚ ਹੋਈ, ਉੱਥੇ ਇਹੀ ਫੈਸਲਾ ਕੀਤਾ ਕਿ ਹੁਣ ਕੋਈ ਚਾਰਾ ਹੋਰ ਨਹੀਂ ਹੈ, ਅਸੀਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਚੱਲੀਏ। ਅਤੇ ਇੱਕ ਡੈਪੂਟੇਸ਼ਨ ਹਿੰਦੁਸਤਾਨ ਦੇ 16 ਮੰਦਰਾਂ ਦੇ ਮੁਖੀ ਅਤੇ ਉਸ ਵੇਲੇ ਦੀਆਂ ਯੂਨੀਵਰਸਿਟੀਆਂ, ਹਿੰਦੂ ਯੂਨੀਵਰਸਿਟੀਆਂ ਦੇ ਜਿਹੜੇ ਉਸ ਵੇਲੇ ਦੇ ਵਾਈਸ ਚਾਂਸਲਰ ਕਹਿ ਲਈਏ ਕਿ ਉਹਨਾਂ ਦੇ ਮੁਖੀ 16 ਸੀ ਮੁਖੀ, ਉਹਨਾਂ ਦੇ ਨਾਲ 500 ਪੰਡਿਤ ਚੜ੍ਹਾਏ। 25 ਮਈ ਸੰਨ 1675 ਈਸਵੀ ਨੂੰ ਗੁਰਦੁਆਰਾ ਭੋਰਾ ਸਾਹਿਬ, ਗੁਰੂ ਕੇ ਮਹਿਲ, ਥੜਾ ਸਾਹਿਬ 'ਤੇ ਗੁਰੂ ਤੇਗ ਬਹਾਦਰ ਜੀ ਬੈਠੇ ਹੋਏ ਸਨ, ਜਿੱਥੇ ਪੰਡਿਤ ਕਿਰਪਾ ਰਾਮ ਅਤੇ ਪੰਡਿਤ ਪੂਰਨ ਚੰਦ ਦੀ ਅਗਵਾਈ 'ਚ ਪਹੁੰਚੇ। ਬਾਕਾਇਦਾ ਪਟਵਈਆਂ ਦੇ ਜਹਵਾਲਾ ਮਿਲਦਾ, ਕਿਰਪਾ ਰਾਮ बेटा आड़ू राम का पोता, नारायण दास का पड़पोता, धर्मदास का वंश, ठाकर दास की वासी, मटन परगना, श्रीनगर, देश कश्मीर जी। सम्मत 1732 जेठ मासे की चौथ सुधी एकादशी के दिन ਚੱਕ ਨਾਨਕੀ ਰਿਆਸਤ ਕੈਲੂਰ ਪਹੁੰਚੇ। ਗੁਰੂ ਤੇਗ ਬਹਾਦਰ ਮਹਿਲਾ ਨੋਮਾ ਨੇ ਧੀਰਜ ਦਿਆ। ਇਹ ਭਟਵੇਹੀ ਤਲੋਂਡਾ ਦੇ ਵਿੱਚ ਸ਼ਬਦਾਵਲੀ ਲਿਖੀ ਹੈ। ਅੱਜ ਭਾਵੇਂ ਮਤਸਵੀ ਲੋਕ ਇਹ ਕਹਿਣ ਲੱਗ ਪਏ ਨਹੀਂ ਜੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਾ ਕਾਰਨ ਹੋਰ ਸੀ, ਇਹ ਸਾਡੇ ਹਵਾਲੇ ਬਕਾਇਦਾ ਉੱਥੇ ਬੈਠੇ ਸੀ ਦਰਬਾਰ ਵਿੱਚ, ਜਿਨ੍ਹਾਂ ਨੇ ਸਾਰੀ ਗੱਲ ਲਿਖ ਕੇ ਦੱਸਿਆ। ਅਤੇ 25 ਮਈ 1675 ਨੂੰ ਆਏ ਸੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹਿ ਦਿੱਤਾ, ਪੰਡਿਤ ਜੀ ਮੈਂ ਭਾਵੇਂ ਤੁਹਾਡੇ ਧਰਮ ਨੂੰ ਨਹੀਂ ਮੰਨਦਾ,
ਤੇ ਮੇਰਾ ਵਿਸ਼ਵਾਸ ਨਹੀਂ ਹਿੰਦੂ ਧਰਮ, ਨਾ ਮੈਂ ਸ਼ਿਵਾਲਿਆਂ 'ਚ ਜਾਂਦਾ, ਨਾ ਮੈਂ ਠਾਕਰਾਂ ਦੀ ਪੂਜਾ, ਨਾ ਮੈਂ ਜੰਝੂ ਪਹਿਨਦਾ, ਨਾ ਮੈਂ ਟਿੱਕਾ ਲਾਉਂਦਾ, ਨਾ ਮੇਰਾ ਧਰਮ ਨਾਲ ਸੰਬੰਧ ਹੈ। ਪਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਹੋ, ਤੇ ਇੱਥੇ ਸਿਧਾਂਤ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸੋ ਬਿਰਧ ਸੁਆਮੀ ਸੰਧਾ। ਤੇ ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ, ਜਾ ਕੇ ਆਪਣੇ ਨਵਾਬ ਨੂੰ ਕਹਿ ਦਿਓ, ਬਾਦਸ਼ਾਹ ਨੂੰ ਕਹਿ ਦਿਓ, ਜੇ ਸਾਡਾ ਆਗੂ ਗੁਰੂ ਤੇਗ ਬਹਾਦਰ ਧਰਮ ਤਬਦੀਲ ਕਰ ਲੈਣਗੇ ਤਮਾਮ ਹਿੰਦੁਸਤਾਨ ਮਾ, ਇਹਦੇ ਨਾਲ ਖੁਸ਼ੀ ਦੀ ਗੱਲ ਔਰੰਗਜ਼ੇਬ ਲਈ ਹੋਰ ਕੀ ਆਣੀ ਸੀ। ਸੋ ਕੁਦਰਤੀ ਗੱਲ ਸੀ ਕਿ 2-3 ਮਹੀਨੇ ਬੀਤ ਗਏ, ਪਰ ਉੱਧਰੋਂ ਕੋਈ ਪਰਵਾਨਾ ਨਹੀਂ ਆਇਆ, ਕਿਉਂਕਿ ਪੈਦਲ ਵੀ ਸਫ਼ਰ ਕਰਨੇ ਹੁੰਦੇ ਸੀ, ਖਬਰਾਂ ਵੀ ਹੌਲੀ। ਅੰਤ ਹਿੰਦੁਸਤਾਨੀ ਦੁਨੀਆ ਦੇ ਇਤਿਹਾਸ ਦੀ ਇੱਕੋ ਇੱਕ ਸ਼ਖਸੀਅਤ ਹੈ ਕਿ ਸੱਚੇ ਪਾਤਸ਼ਾਹ ਨੇ ਕੁਛ ਦਿਨ ਦੇਖਿਆ, 25 ਮਈ ਤੋਂ ਬਾਅਦ 9 ਜੁਲਾਈ ਸੰਨ 1675 ਨੂੰ ਆਪਣੇ 9 ਸਾਲ ਦੇ ਬੇਟੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰਕੇ ਆਪ 11 ਜੁਲਾਈ ਨੂੰ ਸੱਚੇ ਪਾਤਸ਼ਾਹ, ਕਈਆਂ ਨੇ 10 ਜੁਲਾਈ ਨੂੰ ਲਿਖਿਆ, 1675 ਨੂੰ ਇੱਥੋਂ ਆਪ ਚੱਲ ਪਏ। ਹਜ਼ਾਰਾਂ ਸੰਗਤਾਂ ਨਾਲ ਚੱਲ ਰਹੀਆਂ ਸੀ, ਪਰ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਹੱਦ 'ਤੇ ਆ ਕੇ ਉਹਨਾਂ ਸੰਗਤਾਂ ਨੂੰ ਵਾਪਸ ਕਰ ਦਿੱਤਾ ਤੇ ਆਪਣੇ ਨਾਲ 5 ਸਿੰਘ ਜਿਹੜੇ ਨਾਲ ਗਏ ਨੇ ਉਹਨਾਂ ਨੂੰ ਲਿਆ, ਤੇ ਅਜੇ ਇੱਕ ਰਾਤ ਕੀਰਤਪੁਰ ਸਾਹਿਬ ਕੱਟੀ ਹੈ ਆਪਣੇ ਪਰਿਵਾਰ ਦੇ ਕੋਲ, ਤੇ ਉਸ ਤੋਂ ਬਾਅਦ ਅੱਗੇ ਪੈਦਲ ਚੱਲਦੇ ਹੋਏ ਆਹ ਪਾਰ ਕੀਤਾ ਸੀ ਅਜੇ ਸਰਸਾ, ਕਿ ਮਲਕਪੁਰ ਰੰਗੜਾਂ ਦੇ ਵਿੱਚ ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਸ਼ਾਇਦ ਦਾ ਨਾਂ ਦਿੱਤਾ ਹੈ, ਉਹਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ 5 ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਕੈਦ ਕਰਕੇ ਆਪਣੇ ਲਿਜਾਇਆ ਗਿਆ ਸਰਹੰਦ ਚੌਂਕੀ ਦੇ ਵਿੱਚ। ਇੱਥੇ 4 ਮਹੀਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕੈਦ ਰੱਖ ਕੇ ਫਿਰ ਔਰੰਗਜ਼ੇਬ ਦੇ ਹੁਕਮ ਮੁਤਾਬਕ 3 ਨਵੰਬਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਗ੍ਰਿਫਤਾਰ ਕਰ ਦਿੱਤਾ। 3 ਨਵੰਬਰ ਤੋਂ ਲੈ ਕੇ 11 ਨਵੰਬਰ 1675 ਤੱਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਅਸਹਿ ਤੇ ਅਕਾਇ ਕਸ਼ਟ ਦਿੱਤੇ ਤਾਂ ਕਿ ਉਹ ਧਰਮ ਤਬਦੀਲ ਕਰ ਦੇਣ। ਇੱਕ ਐਸੇ ਪਿੰਜਰੇ ਦੇ ਵਿੱਚ ਬੰਦ ਰੱਖਿਆ ਗਿਆ ਜਿੱਥੇ ਬੰਦਾ ਨਾ ਖੜ ਸਕਦਾ ਸੀ ਤੇ ਨਾ ਹੀ ਥੱਲੇ ਬੈਠਣ ਜੋਗੀ ਥਾਂ, ਨਾ ਸੌਣਾ ਤਾਂ ਕਿਸੇ ਪਾਸੇ, ਅੰਦਰ ਪਿੰਜਰੇ ਦੇ ਸੂਏ ਲੱਗੇ ਹੋਏ ਸੀ। ਇੰਨੇ ਕਸ਼ਟ ਦੇ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤੇ ਉਹਨਾਂ ਦੇ ਸਿੱਖਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਧਰਮ ਤਬਦੀਲ ਕਰ ਦਿਓ। ਅੰਤ ਜਦੋਂ ਨਹੀਂ ਗੁਰੂ ਤੇਗ ਬਹਾਦਰ ਜੀ ਮੰਨੇ, ਉਹਨਾਂ ਨੂੰ ਭੈਭੀਤ ਕਰਨ ਵਾਸਤੇ 10 ਜੁਲਾਈ ਨੂੰ ਢੰਡੋਰਾ ਫੇਰਿਆ ਗਿਆ ਤੇ ਪਹਿਲਾਂ 3 ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਸਕੇ ਭਰਾ ਸੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਕੱਟ ਕੇ ਸ਼ਹੀਦ ਕੀਤਾ, ਉਹਨਾਂ ਦੇ ਛੋਟੇ ਭਰਾ, ਉਹਨਾਂ ਨੂੰ ਸ਼ਹੀਦ ਕਰਨ ਦਾ ਮਨ ਬਣਾਇਆ। ਦਿੱਲੀ ਚਾਂਦਨੀ ਚੌਂਕ ਇੱਕ ਨੂੰ ਆਰੇ ਦੇ ਨਾਲ ਦਫਾੜ ਕਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ, ਦੂਜੇ ਨੂੰ ਉਬਲ ਦੀ ਦੇਗ ਵਿੱਚ ਉਬਾਲ ਕੇ ਭਾਈ ਦਿਆਲਾ ਜੀ ਨੂੰ, ਔਰ ਤੀਜੇ ਨੂੰ ਰੂਹ ਵਿੱਚ ਲਪੇਟ ਕੇ, ਤੁਸੀਂ ਸਾਰੇ ਇਤਿਹਾਸ ਜਾਣਦੇ ਆ, ਮੈਂ ਲੰਬਾ ਨਾ ਲਿਜਾਵਾਂ। ਤੇ ਅੰਤ ਗੁਰੂ ਤੇਗ ਬਹਾਦਰ ਜੀ ਨੂੰ ਫਿਰ ਮਨਾਉਣ ਦੀ ਕੋਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਦੇ ਮਨਾ ਕਰਨ 'ਤੇ ਢੰਡੋਰਾ ਪਿੱਟਿਆ ਗਿਆ। ਲੱਖਾਂ ਲੋਕ ਇਕੱਠੇ ਹੋਏ ਸੀ ਚਾਂਦਨੀ ਚੌਂਕ ਦੀ ਭੈਭੀਤ ਕਰਨ ਵਾਸਤੇ। ਉੱਥੇ ਉੱਚਾ ਥੜਾ ਬਣਾਇਆ ਗਿਆ ਚਾਂਦਨੀ ਚੌਂਕ ਦੇ ਵਿੱਚੋਂ ਪਿੱਪਲ ਦੇ ਥੱਲੇ, ਔਰ ਗੁਰੂ ਤੇਗ ਬਹਾਦਰ ਜੀ ਨੂੰ ਉੱਤੇ ਬਿਠਾ ਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉੱਧਰ ਜਲਾਲਦੀਨ ਜਲਾਦ ਜਿਹੜਾ ਸਾਹਮਣੇ ਤਲਵਾਰ ਤਿੱਖੀ ਕਰ ਰਿਹਾ, ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਤਾਂ ਦੁਹਰਾਈਆਂ ਗਈਆਂ, ਜਾਂ ਧਰਮ ਤਬਦੀਲ ਕਰ ਲਓ ਤੇ ਜਾਂ ਕਰਾਮਾਤ ਦਿਖਾਓ ਤੇ ਜਾਂ ਫਿਰ ਕਤਲ ਹੋਣ ਨੂੰ ਤਿਆਰ ਹੋ ਜਾਓ। ਸੱਚੇ ਪਾਤਸ਼ਾਹ ਨੇ ਕਿਹਾ ਕਰਾਮਾਤ ਕਹਿਰ ਦਾ ਨਾਂ ਹੈ, ਤੇ ਧਰਮ ਜਿਹੜਾ ਹੈ ਉਹ ਤਬਦੀਲ ਕਿਸੇ ਹਾਲਤ ਵਿੱਚ ਨਹੀਂ ਕੀਤਾ ਜਾ ਸਕਦਾ। ਮੌਤ ਕਬੂਲ ਕਰਦੇ ਆ। ਅੰਤ ਜਦੋਂ ਸੱਚੇ ਪਾਤਸ਼ਾਹ ਨੇ ਜਿਨੀ ਨਾਮ ਤੇ ਆਇਆ ਗਿਆ ਮਿਸ਼ਕਤ ਘਾਲ ਕਿਹਾ ਤੇ ਸਿਰ ਝੁਕਾਇਆ, ਜਲਾਦ ਨੇ ਤਲਵਾਰ ਚਲਾਈ ਤੇ ਧੜ ਅਲੱਗ ਕਰ ਦਿੱਤਾ। ਉੱਥੇ ਹੀ ਭੇਸ ਬਦਲ ਕੇ 2 ਸਿੱਖ ਭਾਈ ਉਹਦਾ ਜੀ ਤੇ ਭਾਈ ਜੈਤਾ ਜੀ, ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ, ਪਰਿਵਾਰਕ ਮੈਂਬਰ, ਭਾਈ ਲੱਖੀ ਸ਼ਾਹ ਦੇ ਪਰਿਵਾਰਕ ਮੈਂਬਰ, ਉਹ ਉੱਥੇ ਖੜ੍ਹੇ ਹੋਏ ਸੀ ਭੇਸ ਬਦਲ ਕੇ, ਜਿਨ੍ਹਾਂ ਨੇ 3 ਸਿੱਖਾਂ ਦੇ ਪਹਿਲਾਂ ਸਰੀਰਾਂ ਨੂੰ ਸੰਭਾਲਿਆ। ਸਫਾਈ ਸੇਵਾਦਾਰ ਦੇ ਰੂਪ ਵਿੱਚ ਭਾਈ ਜੈਤਾ ਜੀ ਖੜ੍ਹੇ ਹੋਏ ਸੀ। ਡਾਕਟਰ ਹਰੀ ਰਾਮ ਗੁਪਤਾ ਇਹ ਗੱਲ ਲਿਖਦੇ ਨੇ ਕਿ ਉਸ ਵਕਤ ਉਹਨਾਂ ਨੇ ਚੱਕ ਕੇ ਭਾਈ ਮਤੀ ਦਾਸ ਜੀ ਦੇ ਉਸ ਸਰੀਰਾਂ ਨੂੰ ਚੱਕ ਕੇ ਜਲ ਪ੍ਰਵਾਹ ਕਰ ਦਿੱਤਾ, ਕਿਉਂਕਿ ਦਰਿਆ ਦੇ ਕੰਢੇ ਸੀ ਸਭ ਕੁਝ। ਜਮਨਾ ਨਦੀ ਦਿੱਲੀ ਚਾਂਦਨੀ ਚੌਂਕ 'ਚੋਂ ਉਦੋਂ ਟੱਪਦੀ ਸੀ। ਅਤੇ ਉਸ ਤੋਂ ਬਾਅਦ ਜਿਹੜਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਚੁੱਕਿਆ, ਭਾਈ ਜੈਤਾ ਜੀ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਨੂੰ ਚੱਲ ਪਏ। 5 ਪੜਾਅ ਕਰਕੇ 16 ਨਵੰਬਰ ਨੂੰ ਕੀਰਤਪੁਰ ਸਾਹਿਬ ਬਨਗੜ੍ਹ ਸਾਹਿਬ ਵਿਖੇ ਪਹੁੰਚੇ, ਉਹ ਦਰਿਆ ਨਹਿਰ ਦੇ ਕੰਢੇ ਜਿਹੜਾ ਗੁਰਦੁਆਰਾ ਛੋਟਾ ਜਿਹਾ, ਅਤੇ ਇੱਥੋਂ ਗੁਰੂ ਪਿਤਾ ਦਸ਼ਮੇਸ਼ ਪਿਤਾ ਨੂੰ ਬੇਨਤੀ ਭੇਜੀ ਅਤੇ ਗੁਰੂ ਪਾਤਸ਼ਾਹ ਗਏ, ਔਰ ਉੱਥੇ ਤੋਂ ਸੀਸ ਦੂਜੇ ਦਿਨ 17 ਨਵੰਬਰ ਨੂੰ ਲਿਆ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਸਕਾਰ ਕਰਤਾ। ਉੱਧਰ ਭਾਈ ਲੱਖੀ ਸ਼ਾਹ ਬਣਜਾਰਾ, ਜੋ ਉਸ ਵੇਲੇ ਅੱਜ ਦੇ ਅੰਬਾਨੀਆਂ ਅਡਾਨੀਆਂ ਦੇ ਬਰਾਬਰ ਸੀ, ਅਤੇ ਉਹਨਾਂ ਦੀ ਐਡੀ ਵੱਡੀ ਕੋਠੀ, ਐਡਾ ਵੱਡਾ ਕਾਰੋਬਾਰ ਸੀ,
ਉਹਨਾਂ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਘਰ 'ਚ ਰੱਖ ਕੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਤਿਕਾਰ ਕਰ ਦਿੱਤਾ, ਜਿਹਨੂੰ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ, ਰਾਜਸੀਨਾ, ਬੰਗਲਾ ਸਾਹਿਬ, ਪਾਰਲੀਮੈਂਟ ਹਾਊਸ ਦੇ ਸਾਹਮਣੇ ਆ। ਅਤੇ ਇਹ ਅਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਹੋਇਆ। ਪਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰੜ ਨਾ ਦੀਆ। ਜੇ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਕੁਰਬਾਨੀ ਨਾ ਦਿੰਦੇ ਤਾਂ ਹਿੰਦੁਸਤਾਨ 'ਚ ਅੱਜ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਸੀ। ਇਹ ਮੈਂ ਨਹੀਂ ਕਹਿੰਦਾ, ਪੰਡਿਤ ਮਦਨ ਮੋਹਨ ਮਾਲਵੀਆ ਜੀ ਕਹਿੰਦੇ ਸਨ, ਉਹ ਹਿੰਦੁਸਤਾਨ ਦੇ ਹਿੰਦੂ ਭਰਾਵੋ, ਆਓ ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਹੋਈਏ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ੁਕਰਗੁਜ਼ਾਰ ਹੋਈਏ। ਜੇ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਸੀਸ ਨਾ ਦਿੰਦੇ ਤਾਂ ਅੱਜ ਹਿੰਦੁਸਤਾਨ ਦੇ ਵਿੱਚ ਕੰਨਿਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਜਿਹੜਾ ਖਿੱਤਾ ਹੈ ਨਾ, ਇਹ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਹੈ। ਜਿੱਥੇ ਹਰ ਹਰ ਮਹਾਦੇਵ, ਜੈ ਹਨੂੰਮਾਨ, ਜੈ ਗੰਗਾ ਮੈया ਦੇ ਨਾਅਰੇ ਲੱਗਦੇ ਨੇ, ਅੱਲਾਹੂ ਅਕਬਰ ਦੇ ਨਾਅਰੇ ਲੱਗਦੇ ਨੇ, ਬੋਲੇ ਸੋਨਿਆਂ ਦੇ ਨਾਅਰੇ ਸ਼ਾਇਦ ਇਹ ਨਾ ਲੱਗਦੇ ਜੇ ਗੁਰੂ ਤੇਗ ਬਹਾਦਰ ਜੀ ਨਾ ਸ਼ਹਾਦਤ ਦਿੰਦੇ। ਇਸ ਲਈ ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਹੋਣ ਲਈ ਆਓ ਮੰਦਿਰ ਵਿੱਚ ਟੱਲ ਖੜਕਾਉਣ ਤੋਂ ਪਹਿਲਾਂ ਰੋਜ਼ਾਨਾ ਹਰ ਹਿੰਦੂ ਗੁਰੂ ਤੇਗ ਬਹਾਦਰ ਜੀ ਦੀ ਜੈ ਬੋਲੋ, ਅਤੇ ਹਰ ਪਰਿਵਾਰ ਵਿੱਚ ਇੱਕ ਬੱਚੇ ਨੂੰ ਸਿੱਖ ਬਣਾਓ ਤਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਹੋ ਸਕੀਏ। ਇਹ ਗੁਰੂ ਤੇਗ ਬਹਾਦਰ ਜੀ ਦੀ ਦਾਸਤਾਨ ਹੈ, ਅਨੰਦਪੁਰ ਸਾਹਿਬ ਤੋਂ ਲੈ ਕੇ ਸ਼ਹਾਦਤ ਦੇਣ ਤੱਕ ਦਿੱਲੀ ਦੇ ਚਾਂਦਨੀ ਚੌਂਕ, ਅਤੇ ਮੁੜ ਕੇ ਫਿਰ ਸੀਸ ਦਾ ਸੰਸਕਾਰ ਇੱਥੇ ਕਰਨਾ। ਅਤੇ ਜੇਕਰ ਗੱਲ 10ਵੇਂ ਗੁਰੂ ਦੀ ਕੀਤੀ ਜਾਵੇ, ਗੁਰੂ ਗੋਬਿੰਦ ਸਿੰਘ ਜੀ ਦੀ, ਉਸ ਸਮੇਂ ਸਿੱਖੀ ਦਾ ਪ੍ਰਸਾਰ ਜਿਹੜਾ ਅਨੰਦਪੁਰ ਸਾਹਿਬ 'ਚ ਕਿਵੇਂ ਸੀ, ਅਤੇ ਜਿਹੜਾ ਕਿਲ੍ਹਾ ਛੱਡਣ ਦਾ ਦੁਖਾਂਤ ਸੀ ਉਹਦੇ ਬਾਰੇ? ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ 1675 ਦੇ ਵਿੱਚ ਗੁਰੂ ਪਾਤਸ਼ਾਹ ਦਾ ਇੱਥੇ 17 ਨਵੰਬਰ ਨੂੰ ਜਾਂ 16 ਨਵੰਬਰ ਨੂੰ ਸੰਸਕਾਰ ਹੋ ਗਿਆ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ 9 ਸਾਲ ਦੇ ਸੀ। ਲੱਖਾਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸੀ, ਅਤੇ ਸੱਚੇ ਪਾਤਸ਼ਾਹ ਨੇ ਸੰਗਤਾਂ ਦੇ ਵਿੱਚ ਬੇਵਲਤਾ ਦੇਖ ਕੇ, ਦੁਖਦਾਈ ਵਾਤਾਵਰਨ ਨੂੰ ਦੇਖ ਕੇ ਉਹਨਾਂ ਨੂੰ ਚੜ੍ਹਦੀ ਕਲਾ ਦਾ ਉਪਦੇਸ਼ ਅਕਾਲ ਬੁੰਗੇ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਅਕਾਲ ਬੁੰਗਾ ਹੈ ਜਿੱਥੇ ਖੜ੍ਹ ਕੇ ਕੀਤਾ, ਔਰ ਸੰਗਤਾਂ ਨੂੰ ਕਿਹਾ ਹੁਣ ਅਣਖ, ਇੱਜ਼ਤ ਅਤੇ ਗੈਰਤ ਦੇ ਨਾਲ ਹੁਣ ਫਿਰ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਕਾਰਨਾਮੇ ਸ਼ੁਰੂ ਹੋਣਗੇ। ਸੋ ਸੱਚੇ ਪਾਤਸ਼ਾਹ ਨੇ ਉਸ ਵੇਲੇ ਹੁਕਮ ਕਰ ਦਿੱਤਾ ਸੀ कि हुण जब हमारे दर्शन को आवो, होए सुचेतन शास्त्र सजावो, कमर कसा कर देव दिखाई, हमारी खुशी होए अधिकाई। क्योंकि हुण निशाना एक है जिनकी जात और कुल माही, सरदारी न पई सकदाही, इन्हीं को सरदार बनाऊँ, इन्हीं से राजे बजाऊँ, राज करन की रीत सिखाऊँ, तबे गोविंद सिंह नाम कहाऊँ। ਲੱਖਾਂ ਸਿੱਖ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਉਂਦੇ ਹੁੰਦੇ ਸੀ। ਧੰਨ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਮੇਤ ਗੁਰੂ ਤੇਗ ਬਹਾਦਰ ਜੀ ਦੇ 35 ਕੁ ਸਾਲ ਦਾ ਸਮਾਂ ਹੈ। ਇਸ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਪਰਿਵਾਰ ਸਮੇਤ ਉਹਨਾਂ ਦੇ ਪਰਿਵਾਰ ਦੇ 11 ਮੈਂਬਰ ਇੱਥੇ ਰਹਿੰਦੇ ਰਹੇ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 29 ਕੁ ਸਾਲ ਦਾ, ਕੋਈ 30 ਸਾਲ ਦਾ ਦੱਸਦਾ ਸਮਾਂ ਬਣਿਆ, ਕਿਉਂਕਿ 75 ਤੋਂ ਲੈ ਕੇ 84 ਤੱਕ ਸੱਚੇ ਪਾਤਸ਼ਾਹ ਇੱਥੇ ਰਹੇ। ਆਨੰਦ ਕਾਰਜ ਗੁਰੂ ਕੇ ਲਾਹੌਰ ਹੋਇਆ ਅਤੇ ਮਾਤਾ ਅਜੀਤ ਕੌਰ ਜੀ। ਉਸ ਤੋਂ ਬਾਅਦ 3 ਸਾਲਾਂ ਵਾਸਤੇ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ ਜੋ ਹੈ ਪਾਉਂਟਾ ਸਾਹਿਬ ਗਏ। ਰਵਾਲ ਸਾਹਿਬ ਦੀ ਕਾਨਫਰੰਸ ਵੀ ਹੋਈ ਅਤੇ ਉੱਥੇ ਭੰਗਾਣੀ ਦਾ ਯੁੱਧ ਵੀ ਲੜਿਆ। ਉੱਥੇ ਹੀ 10 ਪਾਤਸ਼ਾਹ ਦੀਆਂ ਕੁਛ ਬਾਣੀਆਂ ਉਚਾਰਨ ਹੋਈਆਂ। ਇੱਥੋਂ ਹੀ ਨਿਰਮਲ ਸੰਪਰਦਾ, ਉੱਥੇ ਹੀ 52 ਕਵੀ ਦਰਬਾਰ, ਜਿਹੜੇ ਕਵੀ ਉੱਥੇ ਵੀ 52 ਹੋਣ। ਉੱਥੇ ਹੀ ਸੱਚੇ ਪਾਤਸ਼ਾਹ ਨੇ ਫੌਜਾਂ ਨੂੰ ਘੋੜਸਵਾਰੀ ਜੇ ਵੋ ਸਭ ਕੁਛ ਟ੍ਰੇਨਡ, ਜੋ ਅਨੰਦਪੁਰ ਸਾਹਿਬ ਸਰਗਰਮੀਆਂ ਸੀ ਉੱਦਾਂ ਦੀਆਂ ਸਰਗਰਮੀਆਂ ਉੱਥੇ ਰਹੀਆਂ। ਅਤੇ ਨਾਮ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ ਸਤਿਗੁਰੂ ਉੱਥੇ ਵੀ ਗਏ ਗੜ੍ਹਵਾਲ ਦੀ ਰਿਆਸਤ ਵਿੱਚ। ਸੋ 4 ਸਾਲ ਦਾ ਸਮਾਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਦਾ ਹੈ, 3 ਸਾਲ ਦਾ। 88 ਦੇ ਵਿੱਚ ਆ ਕੇ ਫਿਰ ਸੱਚੇ ਪਾਤਸ਼ਾਹ 85 ਤੋਂ 88 ਤੱਕ, 85, 86, 87, 88 ਵਿੱਚ ਲਗਭਗ 3.5 ਸਾਲ ਸਤਿਗੁਰੂ ਜੀ ਉੱਥੇ ਰਹੇ। ਔਰ 88 ਵਿੱਚ ਆ ਕੇ ਫਿਰ 1704 22 ਦਸੰਬਰ ਤੱਕ ਸੱਚੇ ਪਾਤਸ਼ਾਹ ਇਸ ਧਰਤੀ 'ਤੇ ਆ ਗਏ। ਇੱਥੇ ਕਿਲ੍ਹਿਆਂ ਦੀ ਉਸਾਰੀ ਕੀਤੀ, ਇੱਥੇ ਹੀ ਫੌਜਾਂ, ਘੋੜਸਵਾਰੀ, ਸ਼ਸਤਰ ਵਿੱਦਿਆ, ਔਰ ਨੇੜੇ ਤੇੜੇ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਨੂੰ ਵੀ ਜਾਂਦੇ ਰਹੇ, ਚਮਕੌਰ ਸਾਹਿਬ ਤੱਕ। ਅਤੇ ਸੱਚੇ ਪਾਤਸ਼ਾਹ ਉੱਥੇ ਇੱਕ ਯੁੱਧ ਲੜਿਆ ਹੈ, ਪਹਿਲਾਂ ਵੀ ਉਹਨਾਂ ਨੇ, ਦੂਜੇ ਯੁੱਧ ਵੇਲੇ ਤਾਂ ਬਾਅਦ 'ਚ ਗਏ ਆ, ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ। ਮੇਮੂ ਖਾਨ ਅਤੇ ਪੈਂਦੇ ਖਾਂ ਉੱਥੇ ਹੀ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਮੁਸਲਮਾਨ ਬਣੇ ਸੀ। ਸੋ 17 ਸਾਲ ਦਾ ਸਮਾਂ ਇਹ, ਔਰ ਪਹਿਲਾਂ ਜਿਹੜਾ ਹੈ 13-14 ਸਾਲ ਦਾ ਸਮਾਂ, ਉਹ ਲਗਭਗ 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਰਹੇ। ਇੱਥੇ ਹੀ ਸੱਚੇ ਪਾਤਸ਼ਾਹ ਨੇ 1699 30 ਮਾਰਚ ਨੂੰ ਖਾਲਸਾ ਪੰਥ ਦੀ ਸਾਜਨਾ ਕਰਕੇ ਜ਼ਾਲਮ ਅਤੇ ਜ਼ੁਲਮ ਦੇ ਅੰਤ ਕਰਨ ਦੇ ਲਈ
ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਉਹ 80,000 ਦੇ ਇਕੱਠ ਵਿੱਚੋਂ 5 ਪਿਆਰੇ ਚੁਣੇ ਗਏ। ਉਹ ਸਾਰਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਰਗਰਮੀਆਂ ਕਿਲ੍ਹਾ ਛੱਡਣ ਤੱਕ ਇਸ ਧਰਤੀ 'ਤੇ ਹੀ ਰਹੀਆਂ। 22 ਦਸੰਬਰ ਸੰਨ 1704 ਈਸਵੀ ਨੂੰ ਇੱਥੇ ਹੀ ਲੋਹਗੜ੍ਹ ਕਿਲ੍ਹੇ ਦੇ ਵਿੱਚ ਹਾਥੀ ਦਾ ਮੁਕਾਬਲਾ ਵੀ ਕੀਤਾ। ਪੂਰਾ ਇਤਿਹਾਸ ਜਿਹੜਾ ਸਾਡੀਆਂ ਕਿਤਾਬਾਂ ਦੇ ਵਿੱਚ ਸੰਭਾਲਿਆ ਪਿਆ, ਲਾਸਾਨੀ ਇਤਿਹਾਸ ਹੈ, ਸੂਰਮਿਆਂ ਯੋਧਿਆਂ ਦਾ ਇਤਿਹਾਸ ਹੈ। ਇਸ ਧਰਤੀ ਦਾ ਇਤਿਹਾਸ ਇਹ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਹੈ। ਇੱਕ ਬਹੁਤ ਵੱਡੀ ਗੱਲ ਹੈ, ਜਦੋਂ ਕਿਲ੍ਹਾ ਛੱਡਿਆ, ਕਿਲ੍ਹਾ ਛੱਡਣ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪਹਿਚਾਣ ਕਰਨਾ ਦੁਬਾਰੇ, ਕਿਉਂਕਿ ਜਿੱਥੇ ਤੱਕ ਗੁਰੂ ਗੋਬਿੰਦ ਸਿੰਘ ਜੀ ਸੰਭਾਲ ਗਏ ਸੀ, ਕਿਲ੍ਹਾ ਛੱਡ ਕੇ ਗਏ ਨੇ, ਉਸ ਤੋਂ ਬਾਅਦ ਜਿਹੜੀਆਂ ਇਤਿਹਾਸਿਕ ਨਿਸ਼ਾਨੀਆਂ ਨੇ ਜਾਂ ਯਾਦਗਾਰਾਂ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਲੱਭਿਆ ਗਿਆ ਜੀ? ਇਤਿਹਾਸਕ ਸਭ ਤੋਂ ਪੁਰਾਣੀ ਨਿਸ਼ਾਨੀ ਜਿਹੜੀ ਬਚੀ, ਕਿਉਂਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਅਨੰਦਪੁਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ ਬਿਲਕੁਲ, ਅਤੇ ਇੱਕੋ ਇੱਕ ਚੀਜ਼ ਜਿਹੜੀ ਬਚੀ ਸਿੱਖ ਕੌਮ ਦੇ ਕੋਲ ਵਿਰਾਸਤ ਅੱਜ ਤੱਕ, ਉਹ ਧੰਨ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਸੀਸ ਦਾ ਜਿੱਥੇ ਕੀਤਾ ਗਿਆ, ਗੁਰਦੁਆਰਾ ਸੀਸਗੰਜ ਸਾਹਿਬ ਦੀ ਅੰਦਰਲੀ ਜਿਹੜੀ ਚਾਰ ਦੀਵਾਰੀ ਹੈ ਅਤੇ ਉੱਤੇ ਬਣਿਆ ਹੋਇਆ ਜਿਹੜਾ ਉਹ ਛੋਟੇ ਰੂਪ ਦੇ ਵਿੱਚ ਲੈਂਟਰ ਗੁੰਬਦਨੁਮਾ, ਉਹ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਯਾਦਗਾਰ ਆਪ ਕਾਇਮ ਕੀਤੀ ਸੀ। ਬਾਕੀ ਗੁਰਦੁਆਰਾ ਭੋਰਾ ਸਾਹਿਬ ਇਹ ਬਿਲਡਿੰਗਾਂ ਜਿਹੜੀਆਂ ਕੁਛ ਕੁ ਥੇ ਜਿਹੀ ਹੁੰਦੀ ਸੀ, ਕੋਈ ਟੱਠੀਆਂ ਹੁੰਦੀਆਂ ਸੀ, ਅਸੀਂ ਦੇਖਦੇ ਰਹੇ। ਅਤੇ ਇਹ ਅਸਲੀ ਚੀਜ਼ ਦੀ ਉਹਦੀ ਸੇਵਾ ਸੰਭਾਲ ਵਾਸਤੇ ਭਾਈ ਗੁਰਬਖਸ਼ ਜੀ, ਜਿਹੜੇ ਕਿ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣ ਗਏ ਸੀ, ਉਦਾਸੀ ਮਹਾਂਪੁਰਸ਼ ਸੀ, ਉਹਨਾਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਸੰਭਾਲ ਕਰਨੀ, ਪਰ ਤੁਹਾਡੀ ਵਾਹ ਵੱਲ ਵੀ ਕੋਈ ਤੱਕੇਗਾ ਨਹੀਂ, ਕਿਉਂਕਿ ਇੱਕ ਸਾਧ ਬਚਨ ਅਟਲਾਦਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਕੌਣ ਰੋਕ ਸਕਦਾ ਸੀ। ਭਾਈ ਗੁਰਬਖਸ਼ ਜੀ ਇੱਥੇ ਰਹੇ 1712 ਈਸਵੀ ਤੱਕ। ਤੁਹਾਡਾ ਧੰਨਵਾਦ ਹੈ ਵੀ ਤੁਸੀਂ ਜਿੰਨਾ ਕੁ ਨੌਲੇਜ ਸੱਚੇ ਪਾਤਸ਼ਾਹ ਨੇ ਬਖਸ਼ ਕੀਤਾ, ਵਿਦਵਾਨਾਂ ਦੀ ਸੰਗਤ ਵਿੱਚੋਂ ਮਿਲਿਆ, ਉਹਦੇ ਮੁਤਾਬਕ ਤੁਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇੰਨਾ ਲਿਖਿਆ ਨਹੀਂ ਜਾ ਸਕਦਾ, ਪਰ ਜਿਹੜਾ ਲਿਖਿਆ ਗਿਆ ਵਿਦਵਾਨਾਂ ਵੱਲੋਂ ਉਹ ਆਪ ਜੀ ਦੀ ਸੇਵਾ ਵਿੱਚ, ਆਪ ਜੀ ਦੇ ਇਸ ਚੈਨਲ ਦੀ ਰਾਹੀਂ ਮੈਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਕੁਝ ਪੇਸ਼ ਕੀਤਾ ਹੈ। ਔਰ ਬਹੁਤ ਸਾਰਾ ਐਂਡ ਨਹੀਂ ਹੈ, ਬੜੇ ਸੰਖੇਪ ਰੂਪ ਦੇ ਵਿੱਚ ਅਸੀਂ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਹੋਰ ਬਲ ਬਖਸ਼ਣ। ਸੋ ਜਦੋਂ ਟਾਈਮ ਨਿਮਿਤ ਹੋਏਗਾ ਫਿਰ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਇਤਿਹਾਸਕ ਪੱਖ ਸਾਡੇ ਸਾਹਮਣੇ ਰੱਖੇ ਨੇ, ਸ਼ਾਇਦ ਜਿਨ੍ਹਾਂ ਤੋਂ ਅਸੀਂ ਜਾਣੂ ਨਹੀਂ ਸਨ। ਸੋ ਉਮੀਦ ਹੈ ਤੁਹਾਡੇ ਲਈ ਜਾਣਕਾਰੀ ਭਰਪੂਰ ਰਿਹਾ ਹੋਵੇਗਾ। ਅਗਲੀ ਵਾਰ ਇੱਕ ਨਵਾਂ ਭਾਗ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਸਾਡੇ ਚੈਨਲ ਨੂੰ ਸਾਥ ਦਿੰਦੇ ਰਹੋ ਅਤੇ ਸਬਸਕ੍ਰਾਈਬ ਕਰੋ। ਆਗਿਆ ਦਿਓ। ਧੰਨਵਾਦ।